Hello students, I am Kulvinder Singh, Assistant Professor of English in Sant Avtar Singh Ji Yadgari College, Sichewal. Today we are going to study Unit 92 of English Grammar in Use. Relative clauses with who, that, which. A clause is a part of a sentence. Clause ਇੱਕ sentence ਦਾ ਹਿੱਸਾ ਹੁੰਦੀ ਹੈ, part ਹੁੰਦੀ ਹੈ. A relative clause tells us which person or thing or what kind of person or thing the speaker means. Relative clause ਸਾਨੂੰ ਦੱਸਦੀ ਹੈ ਕਿ sentence ਦੇ ਵਿੱਚ speaker ਕਿਸ person ਜਾਂ ਕਿਸ thing ਜਾਂ ਕਿਸ ਤਰ੍ਹਾਂ ਦੇ person ਜਾਂ thing ਦੀ ਗੱਲ ਕਰ ਰਿਹਾ ਹੈ. Look at this example sentence. The woman who lives next door is a doctor. In this sentence, who lives next door? Relative clause है. The woman is a doctor. ਇਹ ਮੇਨ clause ਹੈ. ਜੇਕਰ ਅਸੀਂ ਮੇਨ clause ਨੂੰ ਸਟੱਡੀ ਕਰਦੇ ਹਾਂ ਤਾਂ ਕੁਐਸਚਨ ਆਉਂਦਾ ਹੈ ਕਿ ਕਿਸ ਵੂਮਨ ਦੀ ਗੱਲ ਕਰ ਰਹੇ ਹਾਂ, ਕਿਹੜੀ ਵੂਮਨ ਡਾਕਟਰ ਹੈ, ਤਾਂ ਉਸ ਦਾ ਆਨਸਰ ਸਾਨੂੰ ਰਿਲੇਟਿਵ ਕਲੌਜ਼ ਦੇ ਵਿੱਚੋਂ ਮਿਲਦਾ ਹੈ ਕਿ ਹੂ ਲਿਵਸ ਨੈਕਸਟ ਡੋਰ, ਜਿਹੜੀ ਵੂਮਨ ਨੈਕਸਟ ਡੋਰ ਰਹਿੰਦੀ ਹੈ. ਸੋ ਇਸ ਤਰ੍ਹਾਂ ਰਿਲੇਟਿਵ ਕਲੌਜ਼ ਸਾਨੂੰ ਦੱਸਦੀ ਹੈ ਕਿ ਅਸੀਂ ਕਿਸ ਪਰਸਨ ਦੇ ਬਾਰੇ ਗੱਲ ਕਰ ਰਹੇ ਹਾਂ ਜਾਂ ਕਿਸ ਥਿੰਗ ਦੇ ਬਾਰੇ ਗੱਲ ਕਰ ਰਹੇ ਹਾਂ. ਹੂ, ਦੈਟ, ਵਿਚ ਆਰ ਰਿਲੇਟਿਵ ਪ੍ਰੋਨਾਊਨ. These are used in the beginning of a relative clause. Who, that, which relative pronoun ਨੇ ਔਰ ਇਹਨਾਂ ਨੂੰ ਅਸੀਂ relative clause ਦੀ ਸ਼ੁਰੂਆਤ 'ਤੇ ਯੂਜ਼ ਕਰਦੇ ਹਾਂ. For example, the woman who lives next door is a doctor. ਇਸ sentence ਦੇ ਵਿੱਚ who lives next door relative clause ਹੈ. who relative pronoun ਯੂਜ਼ ਹੋਇਆ ਹੈ ਔਰ relative pronoun ਨੂੰ ਅਸੀਂ relative clause ਦੀ ਸਟਾਰਟਿੰਗ ਦੇ ਉੱਪਰ ਯੂਜ਼ ਕੀਤਾ ਹੈ. We use who in a relative clause when we are talking about people. ਲੋਕਾਂ ਦੀ ਗੱਲ ਕਰਦੇ ਹਾਂ, ਹਿਊਮਨ ਬੀਇੰਗ ਦੀ ਗੱਲ ਕਰਦੇ ਹਾਂ ਤਾਂ who ਯੂਜ਼ ਕਰਦੇ ਹਾਂ. which is used for things, animals, non human being ਦੀ ਗੱਲ ਕਰਨੀ ਹੈ ਤਾਂ ਅਸੀਂ which ਯੂਜ਼ ਕਰਦੇ ਹਾਂ. that can be used for both people and things. that ਦੀ ਵਰਤੋਂ ਅਸੀਂ ਇਨਸਾਨਾਂ ਲਈ ਵੀ ਕਰ ਸਕਦੇ ਹਾਂ, ਹਿਊਮਨ ਬੀਇੰਗ ਲਈ ਵੀ ਕਰ ਸਕਦੇ ਹਾਂ ਔਰ ਨੋਨ ਹਿਊਮਨ ਬੀਇੰਗ ਲਈ ਵੀ, ਥਿੰਗਸ ਲਈ ਵੀ ਕਰ ਸਕਦੇ ਹਾਂ. ਪਰ ਸਾਨੂੰ ਇੱਥੇ ਯਾਦ ਰੱਖਣ ਦੀ ਲੋੜ ਹੈ ਕਿ ਕਈ ਵਾਰ ਇਹੋ ਜਿਹੀ ਸਿਚੁਏਸ਼ਨ ਹੁੰਦੀਆਂ ਨੇ ਜਿੱਥੇ ਅਸੀਂ ਦੈਟ ਯੂਜ਼ ਨਹੀਂ ਕਰ ਸਕਦੇ, ਉੱਥੇ ਹੂ ਜਾਂ ਵਿੱਚ ਹੀ ਯੂਜ਼ ਕਰਨਾ ਪੈਂਦਾ ਹੈ. ਔਰ ਅਸੀਂ ਇਸ ਸਿਚੁਏਸ਼ਨ ਦੇ ਰੂਲਸ ਬਾਰੇ ਯੂਨਿਟ 95 ਦੇ ਵਿੱਚ ਸਟੱਡੀ ਕਰਾਂਗੇ ਅਨਦਰ ਲੈਕਚਰ ਦੇ ਵਿੱਚ. ਅਸੀਂ ਹੂ, ਦੈਟ, ਵਿੱਚ ਦੇ ਯੂਜ਼ ਬਾਰੇ ਕੁਝ ਐਗਜ਼ਾਮਪਲਸ ਸਟੱਡੀ ਕਰਦੇ ਹਾਂ. Look at the example sentences. An architect is someone who that designs buildings. ਅਸੀਂ who ਵੀ ਲਗਾ ਸਕਦੇ ਹਾਂ, that ਵੀ ਲਗਾ ਸਕਦੇ ਹਾਂ ਕਿਉਂਕਿ ਅਸੀਂ ਇਸ ਸੈਂਟੈਂਸ ਦੇ ਵਿੱਚ someone ਤੋਂ ਬਾਅਦ ਰਿਲੇਟਿਵ ਪ੍ਰੋਨਾਊਨ ਲਾਇਆ ਔਰ someone ਰੈਫਰ ਕਿਸੇ ਪਰਸਨ ਨੂੰ ਕਰਦਾ ਹੈ. ਸੈਕੰਡ ਹੈ the machine which that broke down is working again now. ਮਸ਼ੀਨ ਜਿਹੜੀ broke down ਹੋ ਗਈ, ਖਰਾਬ ਹੋ ਗਈ, ਹੁਣ ਉਹ ਦੁਬਾਰਾ ਕੰਮ ਕਰ ਰਹੀ ਆ. ਇੱਥੇ ਅਸੀਂ ਮਸ਼ੀਨ ਤੋਂ ਬਾਅਦ ਵਿੱਚ ਲਗਾ ਸਕਦੇ ਹਾਂ, that ਵੀ ਲਗਾ ਸਕਦੇ ਹਾਂ, ਬਟ who ਯੂਜ਼ ਨਹੀਂ ਕਰ ਸਕਦੇ ਕਿਉਂਕਿ ਮਸ਼ੀਨ ਇੱਕ ਥਿੰਗ ਹੈ. ਇਸ ਕਰਕੇ ਥਿੰਗ ਨਾਲ, ਨੋਨ ਹਿਊਮਨ ਬੀਇੰਗ ਨਾਲ who ਯੂਜ਼ ਨਹੀਂ ਹੋ ਸਕਦਾ. ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਰਿਲੇਟਿਵ ਕਲੌਜ਼ ਦੇ ਵਿੱਚ who, that, ਵਿੱਚ ਦੀ ਯੂਜ਼ ਹੋ ਸਕਦਾ ਹੈ. ਅਸੀਂ ਜੋ ਪ੍ਰੋਨਾਊਨ ਹੀ, ਸ਼ੀ, ਦੇ, ਇਟ ਯੂਜ਼ ਨਹੀਂ ਕਰ ਸਕਦੇ. ਫੋਰ ਐਗਜ਼ਾਮਪਲ ਸੈਂਟੈਂਸ ਹੈ who is that woman? she lives next door to me. ਇੱਥੇ ਦੋ ਸੈਂਟੈਂਸ ਅਲੱਗ-ਅਲੱਗ ਲਿਖੇ ਗਏ ਨੇ ਬਟ ਅਸੀਂ ਨੈਕਸਟ ਸੈਂਟੈਂਸ ਦੇ ਵਿੱਚ ਰਿਲੇਟਿਵ ਕਲੌਜ਼ ਯੂਜ਼ ਕੀਤੀ ਹੈ. I have never spoken to the woman who lives next door. ਸੋ ਇੱਥੇ ਅਸੀਂ who lives, she ਦੀ ਜਗ੍ਹਾ 'ਤੇ who ਆ ਗਿਆ, ਭਾਵ ਰਿਲੇਟਿਵ ਕਲੌਜ਼ ਵਿੱਚ she lives next door ਲਿਖਿਆ ਨਹੀਂ ਜਾ ਸਕਦਾ, he, she, it ਦੇ ਯੂਜ਼ ਨਹੀਂ ਹੋ ਸਕਦੇ. ਨੈਕਸਟ ਅਸੀਂ
ਵਟ ਤੇ ਦੈਟ ਇਹਨਾਂ ਦਾ ਕੰਪੈਰੀਜ਼ਨ, ਇਹਨਾਂ ਦਾ ਯੂਜ਼ ਸਟੱਡੀ ਕਰਾਂਗੇ। ਵਟ ਜੇ ਤਾਂ ਅਸੀਂ ਕੁਐਸਚਨ ਪੁੱਟ ਕਰਦੇ ਹਾਂ ਔਰ ਤਾਂ ਉੱਥੇ ਤਾਂ ਵਟ ਦਾ ਮੀਨਿੰਗ ਕੀ ਹੁੰਦਾ ਹੈ। ਰਿਲੇਟਿਵ ਕਲੌਜ਼ ਦੇ ਵਿੱਚ ਵਟ ਦਾ ਮੀਨਿੰਗ ਦਾ ਥਿੰਗਸ, ਭਾਵ ਜੋ ਵੀ, ਜਿਹੜੀ ਵੀ ਚੀਜ਼ ਦੀ, ਜਿਹਦੀ ਵੀ ਅਸੀਂ ਗੱਲ ਕਰ ਰਹੇ ਹਾਂ, ਜੋ ਵੀ। ਅਸੀਂ ਕੰਪੈਰੀਜ਼ਨ ਕਰਦੇ ਹਾਂ ਵਟ ਤੇ ਦੈਟ ਦਾ, ਜਿਹਦੇ ਨਾਲ ਮੀਨਿੰਗ ਪ੍ਰੋਪਰਲੀ ਕਲੀਅਰ ਹੋ ਜਾਊਗਾ। ਫਸਟ ਸੈਂਟੈਂਸ ਹੈ ਵਟ ਹੈਪਨਡ ਵਾਜ਼ ਮਾਈ ਫਾਲਟ, ਜੋ ਵੀ ਵਾਪਰਿਆ ਮੇਰਾ ਕਸੂਰ ਸੀ। ਸੈਕੰਡ ਸੈਂਟੈਂਸ ਹੈ ਦ ਮਸ਼ੀਨ ਦੈਟ ਬ੍ਰੋਕ ਡਾਊਨ ਇਜ਼ ਨਾਓ ਵਰਕਿੰਗ ਅਗੇਨ, ਮਸ਼ੀਨ ਜੋ ਖਰਾਬ ਹੋ ਗਈ ਸੀ ਉਹ ਹੁਣ ਦੁਬਾਰਾ ਕੰਮ ਕਰ ਰਹੀ ਹੈ। ਇਸ ਸੈਂਟੈਂਸ ਦੇ ਵਿੱਚ ਜੋ ਸੈਕੰਡ ਹੈ ਅਸੀਂ ਦੈਟ ਯੂਜ਼ ਕੀਤਾ, ਤਾਂ ਉਹ ਮਸ਼ੀਨ ਤੋਂ ਬਾਅਦ ਵਿੱਚ ਯੂਜ਼ ਹੋਇਆ। ਮੀਨ ਸਾਡੇ ਕੋਲ ਸਬਜੈਕਟ ਹੈ, ਇੱਕ ਨਾਊਨ ਹੈ ਜਿਸ ਤੋਂ ਬਾਅਦ ਦੈਟ ਲੱਗਾ। ਅਸੀਂ ਮਸ਼ੀਨ ਬਾਰੇ ਗੱਲ ਕਰ ਰਹੇ ਹਾਂ ਜੋ ਖਰਾਬ ਹੋਈ ਹੈ, ਦ ਮਸ਼ੀਨ ਦੈਟ। ਸੋ ਦੈਟ ਇੱਥੇ ਮਸ਼ੀਨ ਨੂੰ ਰੈਫਰ ਕਰ ਰਿਹਾ ਵਾ। ਬਟ ਜੋ ਫਸਟ ਸੈਂਟੈਂਸ ਹੈ ਵਟ ਹੈਪਨਡ, ਇੱਥੇ ਵਟ ਕਿਸੇ ਥਿੰਗ ਜਾਂ ਸਬਜੈਕਟ ਨੂੰ ਰੈਫਰ ਨਹੀਂ ਕਰ ਰਿਹਾ। ਵਟ ਹੈਪਨਡ ਆਪਣੇ ਆਪ ਵਿੱਚ ਹੀ ਸਬਜੈਕਟ ਹੈ, ਵੀ ਜੋ ਵੀ ਵਾਪਰਿਆ ਵਾਜ਼ ਮਾਈ ਫਾਲਟ, ਉਹ ਮੇਰਾ ਕਸੂਰ ਸੀ। ਸੋ ਇਸ ਤਰ੍ਹਾਂ ਵਟ ਤੇ ਦੈਟ ਦਾ ਇਹ ਡਿਫਰੈਂਸ ਹੈ, ਇਹਨੂੰ ਵੀ ਧਿਆਨ ਵਿੱਚ ਰੱਖਣਾ। ਨੈਕਸਟ ਅਸੀਂ ਐਕਸਰਸਾਈਜ਼ਜ਼ ਸੋਲਵ ਕਰਾਂਗੇ। 92.1 ਫਸਟ ਐਕਸਰਸਾਈਜ਼ ਹੈ। ਇਨ ਦਿਸ ਐਕਸਰਸਾਈਜ਼ ਯੂ ਹੈਵ ਟੂ ਐਕਸਪਲੇਨ ਵਟ ਸਮ ਵਰਡਸ ਮੀਨ। ਅਸੀਂ ਐਕਸਪਲੇਨ ਕਰਨਾ, ਕੁਝ ਵਰਡਸ ਦਿੱਤੇ ਗਏ ਨੇ, ਉਹਨਾਂ ਦਾ ਮੀਨਿੰਗ ਕੀ ਹੈ। ਚੂਜ਼ ਦਾ ਰਾਈਟ ਮੀਨਿੰਗ ਫਰੋਮ ਦਾ ਬਾਕਸ। ਬਾਕਸ ਵਿੱਚ ਐਕਸਪ੍ਰੈਸ਼ਨ ਲਿਖੇ ਹੋਏ ਨੇ, ਮੀਨਿੰਗ ਦਿੱਤੇ ਹੋਏ ਨੇ, ਅਸੀਂ ਉਹ ਵਰਡ ਦਾ ਸਹੀ ਮੀਨਿੰਗ ਚੂਜ਼ ਕਰਨਾ। ਦੈਨ ਰਾਈਟ ਅ ਸੈਂਟੈਂਸ ਵਿਦ ਹੂ, ਔਰ ਸੈਂਟੈਂਸ ਲਿਖਣਾ ਹੂ ਦੇ ਨਾਲ, ਭਾਵ ਸਾਨੂੰ ਦੱਸ ਦਿੱਤਾ ਗਿਆ ਕਿ ਅਸੀਂ ਰਿਲੇਟਿਵ ਕਲੌਜ਼ ਲਾਉਣੀ ਹੈ ਔਰ ਰਿਲੇਟਿਵ ਪ੍ਰਨਾਊਨ ਹੂ ਯੂਜ਼ ਕਰਨਾ। ਯੂਜ਼ ਅ ਡਿਕਸ਼ਨਰੀ ਇਫ ਨੈਸੈਸਰੀ, ਜੇ ਲੋੜ ਹੈ ਤਾਂ ਅਸੀਂ ਡਿਕਸ਼ਨਰੀ ਵੀ ਯੂਜ਼ ਕਰ ਸਕਦੇ ਹਾਂ ਜੇ ਮੀਨਿੰਗ ਕੋਈ ਕਲੀਅਰ ਨਾ ਹੋਵੇ। ਨੈਕਸਟ ਅਸੀਂ ਦੇਖਦੇ ਹਾਂ ਕਿ ਬਾਕਸ ਦੇ ਵਿੱਚ 8 ਜੋ ਐਕਸਪ੍ਰੈਸ਼ਨਸ ਨੇ, 8 ਮੀਨਿੰਗਸ ਦਿੱਤੇ ਗਏ ਨੇ। ਹੀ ਔਰ ਸ਼ੀ, ਭਾਵ ਉਹ ਪਰਸਨ ਮੇਲ ਫੀਮੇਲ ਕੋਈ ਵੀ ਹੋ ਸਕਦਾ ਹੈ। ਨੈਕਸਟ ਲਿਖਿਆ ਹੈ ਸਟੀਲਸ ਫਰੋਮ ਅ ਸ਼ੋਪ, ਜੋ ਸ਼ੋਪ ਤੋਂ ਸਟੀਲ ਕਰਦਾ, ਚੋਰੀ ਕਰਦਾ। ਡਿਜ਼ਾਈਨਸ ਬਿਲਡਿੰਗਸ, ਬਿਲਡਿੰਗ ਡਿਜ਼ਾਈਨ ਕਰਦਾ। ਡਜ਼ ਨਾਟ ਬਲੀਵ ਇਨ ਗੋਡ, ਇਜ਼ ਨਾਟ ਬਰੇਵ। ਬਾਏ ਸਮਥਿੰਗ ਫਰੋਮ ਅ ਸ਼ੋਪ, pays rent to live in a house or apartment, breaks into a house to steal things, ਜਿਹੜਾ ਘਰ ਦੇ ਵਿੱਚ ਐਂਟਰ ਕਰਦਾ ਚੋਰੀ ਕਰਨ ਵਾਸਤੇ। expects the worst to happen। ਸੋ ਨੈਕਸਟ 8 ਜੋ ਵਰਡਸ ਨੇ ਲਿਖੇ ਹੋਏ ਨੇ, ਅਸੀਂ ਇਸ ਲੈਕਚਰ ਦੇ ਵਿੱਚ ਫਸਟ 4 ਸੋਲਵ ਕਰਨ ਜਾ ਰਹੇ ਹਾਂ। ਨੈਕਸਟ ਤੁਸੀਂ ਖੁਦ ਕਰਨੇ ਨੇ। ਫਸਟ ਸੈਂਟੈਂਸ ਜੋ ਆਲਰੇਡੀ ਸੋਲਵ ਕੀਤਾ ਹੋਇਆ ਹੈ, ਐਨ ਆਰਕੀਟੈਕਟ। ਸੋ ਜਦੋਂ ਅਸੀਂ ਕਿਸੇ ਵਰਡ ਨੂੰ ਐਕਸਪਲੇਨ ਕਰਨਾ ਕਿ ਆਰਕੀਟੈਕਟ ਕੌਣ ਹੁੰਦਾ, ਟੀਚਰ ਕੌਣ ਹੁੰਦਾ, ਕੋਈ ਵੀ ਪਲੰਬਰ ਕੌਣ ਹੁੰਦਾ, ਕਿਸੇ ਵੀ ਅਸੀਂ ਵਰਡ ਨੂੰ ਐਕਸਪਲੇਨ ਕਰਨਾ, ਜੇ ਉਹ ਕੋਈ ਪਰਸਨ ਹੈ, ਕਿਸੇ ਪਰਸਨ ਨੂੰ, ਪ੍ਰੋਫੈਸ਼ਨ ਨੂੰ ਅਸੀਂ ਐਕਸਪਲੇਨ ਕਰਨਾ ਹੈ, ਤਾਂ ਉਹਦੀ ਸਟਾਰਟਿੰਗ ਕਿਵੇਂ ਹੋਣੀ ਹੈ, ਐਨ ਆਰਕੀਟੈਕਟ ਇਜ਼ ਸਮਵਨ। ਸੋ ਨੈਕਸਟ ਅਸੀਂ ਜਿੰਨੇ ਵੀ ਸੈਂਟੈਂਸ ਫੋਰਮ ਕਰਾਂਗੇ, ਵਰਡਸ ਨੂੰ ਐਕਸਪਲੇਨ ਕਰਾਂਗੇ, ਸਾਰਿਆਂ ਦੀ ਸਟਾਰਟਿੰਗ ਇਸ ਤਰ੍ਹਾਂ ਹੀ ਹੋਣੀ ਹੈ ਕਿ ਐਨ ਆਰਕੀਟੈਕਟ ਇਜ਼ ਸਮਵਨ। ਜਿਵੇਂ ਅਸੀਂ ਨੈਕਸਟ ਜੋ ਸੈਕੰਡ ਸਟੱਡੀ ਕਰਨਾ ਵਿੱਚ ਅ ਬਰਗਲਰ ਹੈ, ਤੋ ਅ ਬਰਗਲਰ ਇਜ਼ ਸਮਵਨ। ਸੋ ਇਸ ਤਰ੍ਹਾਂ। ਨੈਕਸਟ ਅਸੀਂ ਸਮਵਨ ਤੋਂ ਬਾਅਦ ਰਿਲੇਟਿਵ ਪ੍ਰਨਾਊਨ ਲਗਾਉਣਾ। ਰਿਲੇਟਿਵ ਕਲੌਜ਼ ਲਾਉਣ ਤੋਂ ਪਹਿਲਾਂ ਉਹ ਦੱਸਿਆ ਗਿਆ ਹੈ ਕਿ ਅਸੀਂ ਹੂ ਯੂਜ਼ ਕਰਨਾ, ਸੋ ਹੂ। ਔਰ ਨੈਕਸਟ ਅਸੀਂ ਬਾਕਸ ਦੇ ਵਿੱਚੋਂ ਐਕਸਪ੍ਰੈਸ਼ਨ ਯੂਜ਼ ਕਰਨਾ ਕਿ ਆਰਕੀਟੈਕਟ ਕੌਣ ਹੁੰਦਾ, ਔਰ ਇਹ ਸੋਲਵ ਕੀਤਾ ਗਿਆ ਵਾ ਡਿਜ਼ਾਈਨਸ ਬਿਲਡਿੰਗਸ। ਸੋ ਸੈਕੰਡ ਅਸੀਂ ਖੁਦ ਕਰਾਂਗੇ। ਅ ਬਰਗਲਰ, ਸਟਾਰਟਿੰਗ ਕਿਵੇਂ ਹੋਣੀ ਹੈ, ਅ ਬਰਗਲਰ ਇਜ਼ ਸਮਵਨ, ਬਰਗਲਰ ਉਹ ਹੁੰਦਾ। ਨੈਕਸਟ ਕੀ ਆਉਣਾ, ਹੂ, ਰਿਲੇਟਿਵ ਪ੍ਰਨਾਊਨ ਹੂ। ਔਰ ਬਰਗਲਰ ਉਹ ਹੁੰਦਾ ਜੋ ਘਰ ਦੇ ਵਿੱਚ ਐਂਟਰ ਕਰਦਾ ਚੋਰੀ ਕਰਨ ਵਾਸਤੇ। ਸੋ ਉੱਪਰ ਸੈਂਟੈਂਸ ਹੈ ਬ੍ਰੇਕਸ ਇਨਟੂ ਅ ਹਾਊਸ ਟੂ ਸਟੀਲ ਥਿੰਗਸ। ਸੋ ਆਨਸਰ ਬਣੇਗਾ ਅ ਬਰਗਲਰ ਇਜ਼ ਸਮਵਨ ਹੂ breaks into a house to steal things। थर्ड है a customer। so a customer starting की होनी है, a customer is someone। someone तो बाद relative pronoun की आऊगा who, और who तो बाद असी हुण
फाइंड करिए कि कस्टमर कौन होंदा है। जो फिफ्थ सेंटेंस लिखा गया है, बाइज समथिंग फ्रॉम अ शॉप। सो सेम यही एक्सप्रैशन यूज हो जाना कि हु बाइज समथिंग फ्रॉम अ शॉप। फोर्थ है अ शॉपलिफ्टर, जो शॉप चों चोरी करदा। स्टार्टिंग की आएगी, अ शॉपलिफ्टर इज समवन, और समवन तो बाद रिलेटिव प्रनाउन की यूज करना, हु, क्योंकि ये सारे पर्सन ही ने। हु ਅਤੇ जो फस्ट ही एक्सप्रैशन है स्टील्स फ्रॉम अ शॉप। सो हु स्टील्स फ्रॉम अ शॉप। सो इस तरह ਅਸੀਂ ਨੈਕਸਟ ਜੋ 4 ਰਿਮੇਨਿੰਗ ਵਰਡਸ ਨੇ ਜਿਨ੍ਹਾਂ ਨੂੰ ਅਸੀਂ ਮੀਨਿੰਗ ਲਿਖਣੇ ਨੇ ਉਹ ਤੁਸੀਂ ਖੁਦ ਇਸੇ ਬੇਸ ਦੇ ਉੱਪਰ ਉਹਨੂੰ ਸੋਲਵ ਕਰਨਾ ਹੈ। ਸੈਕੰਡ ਜੋ ਐਕਸਰਸਾइज है 92.2, ਮੇਕ ਵਨ ਸੈਂਟੈਂਸ ਫਰੋਮ ਟੂ। ਦੋ ਸੈਂਟੈਂਸਸ ਨੂੰ ਕੰਬਾਈਨ ਕਰਕੇ ਇੱਕ ਸੈਂਟੈਂਸ ਬਣਾਉਣਾ। ਯੂਜ਼ ਹੂ, ਦੈਟ ਔਰ ਵਿਚ। ਅਸੀਂ ਰਿਲੇਟਿਵ ਪ੍ਰੋਨਾਊਨ ਹੂ, ਦੈਟ, ਵਿਚ ਯੂਜ਼ ਕਰਨੇ ਨੇ। फस्ट है जो ऑलरेडी सॉल्व किया गया है, अ गर्ल वॉज इंजर्ड इन द एक्सीडेंट, शी इज़ नाउ इन हॉस्पिटल। एक गर्ल इंजर्ड होगी एक्सीडेंट दे विच, वो हुण हॉस्पिटल दे विच आ। सो एक फस्ट चीज़ याद रखनी, ਜਦੋਂ ਅਸੀਂ ਦੋ ਸੈਂਟੈਂਸ ਕੰਬਾਈਨ ਕਰਨੇ ਨੇ, ਰਿਲੇਟਿਵ ਕਲੌਜ਼ ਲਿਖਣੀ ਹੈ, ਤਾਂ ਜੋ ਵੀ ਐਕਸਪ੍ਰੈਸ਼ਨ ਅ ਦੇ ਨਾਲ ਹੈ, ਸੋ ਅ ਨੂੰ ਅਸੀਂ ਦ ਦੇ ਵਿੱਚ ਚੇਂਜ ਕਰ ਦੇਣਾ ਹੈ, ਕਿਉਂਕਿ ਇਹ ਐਕਸਪ੍ਰੈਸ਼ਨ ਹੈ, ਇਹ ਆਰਟੀਕਲ ਹੈ, ਉਹ ਨੋਨ ਸਪੈਸੀਫਿਕਲੀ ਯੂਜ਼ ਹੁੰਦਾ ਹੈ, ਅਤੇ ਰਿਲੇਟਿਵ ਕਲੌਜ਼ ਵਿੱਚ ਉਹਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਹਾਂ ਕਿ ਉਹ ਇੱਕ ਸਪੈਸੀਫਿਕ ਗਰਲ ਹੈ। ਕਿਹੜੀ ਗਰਲ? ਜਿਹੜੀ ਇੰਜਰਡ ਹੋਈ ਹੈ। ਸੋ ਇਸ ਲਈ ਉਹ ਜਿੰਨੇ ਵੀ ਅਸੀਂ ਐਕਸਪ੍ਰੈਸ਼ਨ ਅੱਗੇ ਵੀ ਆਉਣੇ ਨੇ, जो ए है वो द विच चेंज होना है। सो द गर्ल। और जो रिलेटिव क्लॉज होंदी है वो असी लिखनी कित्थे होंदी है, जिस परसन नूं असी एक्सप्लेन करना, उहदे बारे इन्फॉर्मेशन देनी है, इमीडिएट उहदे बाद इत्थे गर्ल दी गल है तो गर्ल तो इमीडिएट बाद रिलेटिव क्लॉज आनी है, द गर्ल हू। और इत्थे असी हू ला सकते हैं, दैट भी ला सकते हैं, बट विच नहीं लग सकता क्योंकि विच नॉन ह्यूमन बीइंग नाल लगदा, थिंग्स नाल लगदा वा, परसन नाल नहीं। सो द गर्ल हू वॉज इंजर्ड इन द एक्सीडेंट। सो नैक्सट है शी इज़ नाउ इन हॉस्पिटल। जो शी है उन्होंने असीं यूज़ नहीं करना क्योंकि गर्ल तो शी सेम सबजैक्ट है। एक सेंटेंस में असीं एक बार सबजैक्ट यूज़ कर चुके हैं। तो नैक्सट इज़ नाउ इन हॉस्पिटल। सैकेंड सेंटेंस जो असीं खुद सॉल्व करना है, अ वेटरस सर्वड अस। एक वेटरस ने सानू सर्व किया। शी वॉज इम्पोलाइट एंड इम्पेशेंट। वो इम्पोलाइट सी, उहदे विच निमरता है नहीं सी, एंड इम्पेशेंट सी, सबर भी उहदे विच नहीं सी। सो फस्ट की है कि असीं जो ए है उन्होंने कन्वर्ट करांगे द दे विच। ये पहला ही लिखा हुआ है द वेटरस, और द वेटरस तो बाद रिलेटिव प्रनाउन यूज़ करना। वो असीं हू, दैट और विच। ਹੁਣ ਇੱਥੇ ਅਸੀਂ ਵਿਚ ਯੂਜ਼ ਨਹੀਂ ਕਰ ਸਕਦੇ ਕਿਉਂਕਿ ਵੇਟਰਸ ਇੱਕ ਪਰਸਨ ਹੈ ਅਤੇ ਹੂ ਲੱਗ ਸਕਦਾ, ਦੈਟ ਵੀ ਲੱਗ ਸਕਦਾ। ਹੂ ਸਰਵਡ ਅਸ, ਦੈਟ ਸਰਵਡ ਅਸ ਵੀ ਆ ਸਕਦਾ ਹੈ। ਨੈਕਸਟ ਸ਼ੀ ਨੂੰ ਅਸੀਂ ਯੂਜ਼ ਨਹੀਂ ਕਰਾਂਗੇ। ਵॉज ਇम्पोलाइट एंड इम्पेशेंट। थर्ड सेंटेंस है अ बिल्डिंग वॉज डिस्ट्रॉयड इन द फायर। एक बिल्डिंग डिस्ट्रॉय होगी फायर दे विच। इट हैज़ नाउ बीन रीबिल्ट। तो हुण ये रीबिल्ट हो गई है, दोबारा बिल्डिंग नूं जो डिस्ट्रॉय हुई है, नष्ट हुई है, वो दोबारा उन्होंने बना लिया गया। सो फस्ट की है कि ए चेंज होएगा द दे विच, द बिल्डिंग। और बिल्डिंग तो बाद रिलेटिव प्रनाउन है। हुण बिल्डिंग कोई इंसान नहीं है, थिंग है, तो असीं विच यूज़ करांगे। इत्थे असीं हू यूज़ नहीं कर सकते क्योंकि हू परसन नाल लगदा, दैट जां विच दोवां चों कोई ला सकते हैं। विच वॉज डिस्ट्रॉयड इन द फायर। तो नैक्सट जो इट सबजैक्ट है असीं उहनूं यूज़ नहीं करना क्योंकि इट बिल्डिंग वास्ते ही यूज़ होया है, तो द बिल्डिंग असीं पहलां ही लिख चुके हैं। तो नैक्सट सेम एक्सप्रैशन सारा ही हैज़ नाउ बीन रीबिल्ट। सो नैक्सट जो 2 सेंटेंसेस रिमेनिंग ने
ਉਹ ਤੁਸੀਂ ਖੁਦ ਉਹਨਾਂ ਨੂੰ ਸੋਲਵ ਕਰਨਾ ਹੈ। ਸੋ ਸਟੂਡੈਂਟਸ, ਇਸ ਯੂਨਿਟ ਦੇ ਵਿੱਚ there are 2 more exercises, but we will solve these exercise in our next lecture, in next video. If you have any suggestions, feedback, or if you have any problem or you want to take admission in Sant Avtar Singh Ji Yadgari College Khichewal, or you want to join online classes, so call or WhatsApp on